ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਤੀਸਰੀ ਪੌੜੀ ਵਾਰ ਦੀ ਸਟਾਰਟ ਕਰਨੀ ਹੈ। ਪਹਿਲੀਆਂ ਦੋ ਪੌੜੀਆਂ ਅਸੀਂ ਬੜੇ ਧਿਆਨ ਦੇ ਨਾਲ ਐਗਜ਼ਾਮਪਲਸ ਦੇ ਨਾਲ ਉਹਨਾਂ ਨੂੰ ਖੋਲ ਕੇ ਆਏ ਹਾਂ ਔਰ ਇਹ ਵੀ ਤਾਕੀਦ ਕੀਤੀ ਸੀ ਕਿ ਵਾਰ ਦਾ ਇੱਕ ਰਹਾਉ ਵੀ ਹੈ। ਵਾਰ ਦੇ ਵਿੱਚ ਹੀ ਸ਼ਲੋਕ ਆਏਗਾ, ਦੁਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਕਾਮ ਨ ਹੋਈ ਨਾਹੀਂ ਜਾਹੋ ਕਰੇ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ। ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਜਦੋਂ ਬੰਦਾ ਆਪਣੀਆਂ ਸਾਰੀਆਂ ਸਿਆਣਪਾਂ ਚਤਰਾਈਆਂ ਛੱਡ ਕੇ ਉਸ ਵਾਹਿਗੁਰੂ ਅੱਗੇ, ਪ੍ਰਭੂ ਅੱਗੇ, ਅਕਾਲ ਪੁਰਖ ਅੱਗੇ ਢਹਿ ਕੇ ਸਮਰਪਣ ਕਰਕੇ ਭਗਤੀ ਕਰਦਾ ਹੈ, ਬੰਦਗੀ ਕਰਦਾ ਹੈ, ਤਾਂ ਗੁਰਪ੍ਰਸਾਦ ਦੇ ਜ਼ਰੀਏ ਅੰਤਰਮੁਖੀ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਜਾਂ ਪ੍ਰਗਾਸ ਹੋ ਜਾਂਦਾ ਹੈ। ਇਸ ਦੇ ਬਾਅਦ ਵੀ ਉਸ ਕਰਤੇ ਪੁਰਖ ਦੀ ਵਿਸ਼ਾਲਤਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹ ਵਾਰ ਦਾ ਰਹਾਉ ਹੈ। ਪਿਛਲੀ ਪੌੜੀ ਦੇ ਵਿੱਚ ਅਸੀਂ ਅਖੀਰਲੀ ਲਾਈਨ ਜਿੱਥੇ ਸਮਾਪਤੀ ਕੀਤੀ ਸੀ, ਤੇਰਾ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਜੋ ਬੰਦੇ ਨਾਮ ਨਾਲ ਰੱਤੇ ਪਏ ਨੇ ਉਹ ਜੀਵਨ ਦੀ ਬਾਜ਼ੀ ਜਿੱਤ ਜਾਂਦੇ ਨੇ, ਤੇ ਠੱਗ ਠੋਰ ਜਿਹੜੇ ਹੈ ਉਹ ਬਾਜ਼ੀ ਹਾਰ ਜਾਂਦੇ ਨੇ। ਠੱਗ ਠੋਰ ਕੌਣ ਨੇ? ਜਿਹੜੇ ਮਾਇਆ ਦੇ ਵਸ ਚ ਨੇ, ਜਿਨ੍ਹਾਂ ਨੂੰ ਮਾਇਆ ਨੇ ਆਪਣੇ ਲਪੇਟੇ ਚ ਲਿਆ ਹੋਇਆ, ਉਹ ਠੱਗੀ ਹੋਏ ਬੰਦੇ ਨੇ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤ ਨਹੀਂ ਹੋਏ। ਲਿਖ ਨਾਮੈ ਧਰਮ ਬਹਾਲਿਆ, ਤੇ ਇਹਦਾ ਇੱਕ ਸਿਸਟਮ ਚੱਲਦਾ ਹੈ। ਧਰਮਰਾਜ ਜੀਵਾਂ ਦਾ ਲੇਖਾ ਜੋਖਾ ਕਰਨ ਲਈ ਹੀ ਰੱਖਿਆ ਹੋਇਆ ਹੈ। ਲਿਖ ਨਾਮੈ ਧਰਮ ਬਹਾਲਿਆ, ਕਰਤਾ ਪੁਰਖ ਵੀ ਹੈ। ਇਸ ਤੋਂ ਪਿਛਲੀ ਪੌੜੀ ਦਾ ਜਿਹੜਾ ਲਾਸਟ ਲਾਈਨ ਸੀ, ਇੱਕ ਹੋਰ ਦੱਸਦਾ ਚੱਲੀਏ ਵੀ ਜਿੰਨੀਆਂ ਵੀ ਪੌੜੀਆਂ ਆਉਣਗੀਆਂ, ਜਿਹੜੀ ਪੌੜੀ ਹੁੰਦੀ ਹੈ ਸਪੈਸ਼ਲੀ, ਇਹ ਪਹਿਲੀ ਪੌੜੀ ਹੈ। ਪਹਿਲੀ ਪੌੜੀ, ਦੂਜੀ ਪੌੜੀ, ਤੀਜੀ ਪੌੜੀ, ਹਰ ਪੌੜੀ ਦੀ ਜਿਹੜੀ ਲਾਸਟ ਲਾਈਨ ਹੋਏਗੀ ਉਹਦੇ ਵਿੱਚ ਪੌੜੀ ਦਾ ਤੱਤਸਾਰ ਹੋਏਗਾ। ਕਰ ਆਸਨ ਡਿਠੋ ਚਾਓ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਮ, ਦੁਈ ਕੁਦਰਤ ਸਾਜੀ ਡਿਠੋ ਚਾਓ। ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ, ਤੂੰ ਜਾਣੋ ਸਭ ਸਹਿ ਲੈਸੇ ਜਿੰਦ ਕਵਾਓ। ਕਰ ਆਸਨ ਡਿਠੋ ਚਾਓ। ਸੋ ਕਰਤਾ ਪੁਰਖ ਆਪਣੀ ਰਚੀ ਹੋਈ ਕੁਦਰਤ ਦੇ ਵਿੱਚ
आप ही विराजमान है ਤੇ ਉਹ ਇਹ ਜਗਤ ਦਾ ਤਮਾਸ਼ਾ ਦੇਖ ਰਹੇ। ਅੱਜ ਆਪਾਂ ਤੀਸਰੀ ਪੌੜੀ ਕਰਨੀ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਹ ਐਸੀ ਬਾਣੀ ਹੈ ਜਿਨਨੇ ਹੋਰ ਕਈ ਬਾਣੀਆਂ, ਕਈ ਸ਼ਬਦ ਖੋਲਣ ਦੇ ਵਿੱਚ ਸਾਡੀ ਮਦਦ ਕਰਨੀ ਹੈ, ਹੈਲਪ ਕਰਨੀ ਹੈ। ਲਾਸਟ ਸੰਡੇ ਦਾ ਜਿਹੜਾ ਸਾਡਾ ਬੈਠਕ ਸੀ ਉਹ ਅਸੀਂ ਰਿਕਾਰਡਿੰਗ ਪਾ ਨਹੀਂ ਸਕੇ ਕਿਉਂਕਿ ਸਾਡੇ ਮੇਰੇ ਅਜ਼ੀਜ਼ ਜਿਹੜੇ ਇਹ ਸਾਰੀ ਸੇਵਾ ਕਰਦੇ ਆ ਉਹ ਬਹੁਤ ਬਿਮਾਰ ਸੀ। ਹਲੇ ਵੀ ਕੱਲ ਉਹਨਾਂ ਨਾਲ ਗੱਲ ਹੋਈ ਹੈ, ਉਹ ਹਲੇ ਵੀ ਢਿੱਲੇ ਨੇ ਔਰ ਆਸ ਕਰਦੇ ਹਾਂ ਕਿ ਅੱਜ ਅਸੀਂ ਇਹ ਦੂਜੀ ਔਰ ਤੀਜੀ ਪੌੜੀ ਦੀ ਰਿਕਾਰਡਿੰਗ ਪਾ ਦੇਵਾਂਗੇ ਔਰ ਆਪਣਾ ਗਰੁੱਪ ਦੇ ਵਿੱਚ ਵੀ ਪਾ ਦਾਂਗੇ। ਜਿਹੜੇ ਸੱਜਣਾਂ ਨੂੰ ਮੈਸੇਜ ਜਾਂਦੇ ਆ ਜਾਂ ਜਿਨ੍ਹਾਂ ਨੂੰ ਕੋਈ ਵੀ ਉਹ ਫਾਈਲਸ ਖੋਲ੍ਹਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ ਉਹ ਲਿੰਕ ਕਰ ਲੈਣ, ਸਾਨੂੰ ਮੈਸੇਜ ਪਾ ਲੈਣ। ਸੋ ਆਪਾਂ ਅੱਜ ਤੀਜੀ ਪੌੜੀ ਕਰਨੀ ਬਾਅਦ ਇੱਥੋਂ ਸ਼ੁਰੂ ਕਰਦੇ ਹਾਂ। ਸ਼ਲੋਕ ਮਹਲਾ ਪਹਿਲਾ। ਸੋ ਇਹ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ ਅਸੀਂ ਉਸੇ ਤਰੀਕੇ ਦੇ ਨਾਲ ਇਹਨੂੰ ਪੜ੍ਹ ਰਹੇ ਹਾਂ। ਵਿਸਮਾਦ ਨਾਦ ਵਿਸਮਾਦ ਵੇਦ। ਵਿਸਮਾਦ ਕਈਆਂ ਥਾਵਾਂ ਤੇ ਇਹਨੂੰ ਬਿਸਮਾਦ ਕਿਹਾ ਗਿਆ ਹੈ। ਬਿਸਮ 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 ਹੀ ਭਈ ਬਿਸਮ ਵੀ ਕਿਹਾ ਗਿਆ। ਇੱਕ ਅਵਸਥਾ ਹੈ, ਸੁੰਨ ਸਮਾਧ ਦੀ ਅਵਸਥਾ ਹੈ। ਜਦੋਂ ਇਸ ਅਵਸਥਾ 'ਚ ਕੋਈ ਭਗਤ ਜਨ ਪਹੁੰਚਦਾ ਹੈ ਤੇ ਉਹ ਦੁਨੀਆ ਦੇ ਵਿੱਚ ਰਹਿੰਦਾ ਹੋਇਆ ਵੀ ਜੈਸੇ ਜਲ ਮੈਂ ਕਮਲ ਨਿਰਾਲਮ ਪਰਿਵਾਰ ਦੇ ਵਿੱਚ ਰਹਿੰਦਾ ਹੋਇਆ ਵੀ ਮੁਰਗਾਈ ਨਿਸ਼ਾਨਾ ਇਸ ਸੰਸਾਰ ਦੀਆਂ ਅਟੈਚਮੈਂਟਸ ਦੇ ਵਿੱਚ ਭਿੱਜਦਾ ਨਹੀਂ ਹੈ। ਉਹ ਸੁਰਤੀ ਕਰਕੇ ਕਰਤੇ ਪੁਰਖ ਨਾਲ ਜੁੜ ਜਾਂਦਾ ਹੈ। ਉਸ ਅਵਸਥਾ ਨੂੰ ਉਹ ਇਕੱਲਾ ਹੀ ਮਾਣਦਾ ਹੈ। ਇਹ ਅਵਸਥਾ ਹੈ ਸਮਾਧ ਦੀ। ਇਹਨੂੰ ਹੀ ਸੁੰਨ ਸਮਾਧ, ਜਦੋਂ ਬੰਦਾ ਇਕੱਲਾ ਹੀ ਰਹਿਣਾ ਚਾਹੁੰਦਾ, ਮਤਲਬ ਵਿਚਾਰਾਂ ਤੋਂ ਮੁਕਤ, ਪਰਿਵਾਰ ਦੇ ਵਿੱਚ ਤੇ ਰਹੇਗਾ ਲੇਕਿਨ ਉਹ ਇਕੱਲਾ ਹੋਏਗਾ ਕਿਉਂਕਿ ਉਹ ਪਰਿਵਾਰ ਨਾਲ, ਸੁਸਾਇਟੀ ਨਾਲ, ਦੁਨੀਆ ਨਾਲ ਅਟੈਚ ਨਹੀਂ ਹੋਏਗਾ ਤੇ ਉਸ ਪੋਜੀਸ਼ਨ ਚੋਂ ਬੰਦਾ ਬਾਹਰ ਹੀ ਨਹੀਂ ਆਉਣਾ ਚਾਹੁੰਦਾ। ਇਹ ਉਹ ਅਵਸਥਾ ਹੈ। ਲੋਕ ਮਹੱਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ। ਅਨਹਦ ਸ਼ਬਦ ਦੀ ਧੁਨ ਆਤਮਿਕ ਆਨੰਦ ਪ੍ਰਦਾਨ ਕਰਦੀ। ਵਿਸਮਾਦ ਵੇਦ, ਵੇਦਾਂ ਦਾ ਗਿਆਨ ਵੀ ਹੈਰਾਨ ਕਰਨ ਵਾਲਾ। ਹੈਰਾਨੀ ਦੀ ਗੱਲ ਹੀ ਹੈ ਕਿ ਵਿਸਮਾਦ ਕੀ ਹੋਇਆ, ਕਿੱਦਾਂ ਦੀ ਉਹ ਅਵਸਥਾ ਹੋਏਗੀ, ਸੁੰਨ ਸਮਾਧ ਕੀ ਹੋਏਗੀ, ਪ੍ਰਕਾਸ਼ ਕੀ ਹੋਏਗਾ, ਜਿਸ ਅਵਸਥਾ ਤੋਂ ਭਗਤ ਜਨ ਬਾਹਰ ਹੀ ਨਹੀਂ ਆਉਣਾ ਚਾਹੁੰਦਾ। ਵਿਸਮਾਦ ਜੀ, ਵਿਸਮਾਦ ਭੇਦ। ਬੇਅੰਤ ਜੀਵ ਤੇ ਜੀਵਾਂ ਦੀਆਂ ਨਸਲਾਂ ਵੀ ਹੈਰਾਨ ਕਰਨ ਵਾਲੀਆਂ ਨੇ। ਭੇਦ, ਸਪੀਸੀਜ਼, ਕਿੰਨੀਆਂ ਨਸਲਾਂ ਨੇ। ਜੀਵ ਤੇ ਜੀਵਾਂ ਦੀਆਂ ਨਸਲਾਂ ਕੋਈ ਅੰਦਾਜ਼ਾ ਹੀ ਨਹੀਂ। ਵਿਸਮਾਦ ਰੂਪ, ਵਿਸਮਾਦ ਰੰਗ। ਜੀਵਾਂ ਦੇ ਕਈ ਰੂਪ ਤੇ ਕਈ ਰੰਗ ਵੀ ਅਸ਼ਚਰਜਤਾ ਦਾ ਪ੍ਰਦਰਸ਼ਨ ਕਰਦੇ ਨੇ। ਵਿਸਮਾਦ ਰੂਪ, ਵਿਸਮਾਦ ਰੰਗ। ਵਿਸਮਾਦ ਨਾਂਗੇ ਫਿਰੇ ਜੰਤ। ਕਈ ਜੀਵ ਸਦਾ ਨੰਗੇ ਹੀ ਫਿਰਦੇ ਨੇ। ਇਹ ਵੀ ਹੈਰਾਨ ਕਰਨ ਵਾਲਾ ਵਿਸ਼ਾ। ਆ ਪ੍ਰਾਗ ਤ੍ਰਿਵੇਣੀ ਜਿਹਨੂੰ ਕਹਿ ਦਿੰਦੇ ਆ, ਜਮਨਾ, ਸਰਸਵਤੀ ਤੇ ਗੰਗਾ ਦਾ ਜਿੱਥੇ ਮਿਲਾਪ ਹੁੰਦਾ, ਉੱਥੇ ਸਾਧੂ ਨੰਗੇ ਫਿਰਦੇ ਆ। ਕਿੰਨਾ
हैरान करने वाला विषय है। विस्माद पौण विस्माद पानी, किते पौण वध घट किते पानी वध घट, ये भी हैरानी करने वाला विषय। विस्माद अग्नि खेटे विडानी, किते कई अग्नियां आश्चर्य खेडां खेड रहीਆਂ ਨੇ, ਜਿਵੇਂ ਲਾਵਾ ਆਦ ਆ ਜੰਗਲਾਂ ਚ ਅੱਗ ਲੱਗ ਜਾਂਦੀ ਹੈ। ਆ ਯੈਲੋਸਟੋਨ ਚਲੇ ਜਾਓ, ਉੱਥੇ ਲਾਵਾ ਤੁਰਿਆਂ ਜਾਂਦਾ ਪੈਰਾਂ ਚੋਂ ਅੱਗ ਨਿਕਲੀ ਆਉਂਦੀ ਹੈ। ਇੱਥੇ ਅਮਰੀਕਾ 'ਚ ਦੇਖੋ ਕਿੰਨਾ 3/4 ਜਿਹੜਾ ਹਿੱਸਾ ਉਹ ਪਾਣੀ ਹੈ। ਕਿਤੇ ਐਸੇ ਮਾਰੂਥਲ ਵੀ ਹੈ ਵੀ ਪਾਣੀ ਹੈ ਹੀ ਕੋਈ ਨਹੀਂ। ਕਿੰਨੀ ਅਚਰਜ ਹੈ ਉਹਦੀ ਖੇਡ। ਵਿਸਮਾਦ ਧਰਤੀ ਵਿਸਮਾਦ ਖਾਣੀ, ਧਰਤੀ ਤੇ ਜੀਵਾਂ ਦੀਆਂ 4 ਖਾਣੀਆਂ ਵੀ ਹੈਰਾਨ ਕਰਨ ਵਾਲੀਆਂ। ਉਤਪਤੀ ਦੀਆਂ 4 ਖਾਣੀਆਂ ਪਿੱਛੇ ਵੀ ਕਈ ਵਾਰੀ ਜ਼ਿਕਰ ਕੀਤਾ ਵੀ, ਇੱਕ ਪਸੀਨੇ ਰਾਹੀਂ, ਇੱਕ ਆਂਡਿਆਂ ਰਾਹੀਂ, ਇੱਕ ਜ਼ੇਰ ਰਾਹੀਂ, ਦੂਜੀ ਹੋਰ ਚੌਥੀ ਬਨਸਪਤੀ। ਕਿੰਨੀ ਹੈਰਾਨੀ ਕਰਨ ਵਾਲੀ ਇਹ ਖੇਡ ਹੈ। ਅੰਡਜ ਜੇਰਜ ਸੇਤਜ ਉਤਪੁਜ, ਵਿਸਮਾਦ ਸਾਦ ਲੱਗੇ ਪ੍ਰਾਣੀ। ਪਦਾਰਥਾਂ ਦੇ ਸਵਾਦਾਂ ਵਿੱਚ ਜੀਵ ਜਿਹੜਾ ਇੰਨਾ ਰੁੱਝਿਆ ਹੋਇਆ ਹੈ, ਕਈ ਵਾਰ ਮਨ ਹੈਰਾਨ ਹੋ ਜਾਂਦਾ। ਇਹ ਬੰਦੇ ਨੂੰ ਇੰਨੀ ਲੱਤ ਹੈ, ਕਈਆਂ ਨੂੰ ਖਾਣ ਦਾ ਹੀ ਭੁੱਸ ਪਿਆ ਹੁੰਦਾ, ਕਈਆਂ ਨੂੰ ਘੁੰਮਣ ਫਿਰਨ ਦਾ ਭੁੱਸ ਪਿਆ ਹੁੰਦਾ। ਚੱਲੀਏ, ਇਹ ਸਾਰਾ ਸਾਰੀ ਉਹ ਖੇਡ ਸਾਡੇ ਘਰ ਸਾਡੇ ਨਾਨਕੇ ਭੁੱਸ ਬੜਾ ਯੂਜ਼ ਤੁਸੀਂ ਆਪਣੇ ਆਪ ਨੂੰ ਮਿਊਟ ਕਰੋ ਪਲੀਜ਼। ਹਾਂਜੀ ਚਲੋ ਮੈਂ ਕਰਤਾ ਜੀ। ਇਹ ਸਾਰੇ ਸਵਾਦਾਂ ਦੇ ਵਿੱਚ ਜੀਵ ਜਿਹੜਾ ਇੰਨਾ ਰੁੱਝਿਆ ਪਿਆ ਕਿ ਉਹਨੂੰ ਹੋਰ ਕਿਸੇ ਕੰਮ ਦਾ ਪਤਾ ਹੀ ਨਹੀਂ ਲੱਗਦਾ। ਵਿਸਮਾਦ ਸਾਦ ਲੱਗੇ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ। ਕਿਤੇ ਜੀਵਾਂ ਦਾ ਮੇਲ, ਕਿਤੇ ਵਿਛੋੜਾ, ਇਹ ਸਭ ਅਚਰਜ ਭਰਪੂਰ ਹੈ। ਕਿਤੇ ਪ੍ਰਭੂ ਦੇ ਨੇੜੇ ਜਾਣ ਵਾਲੇ ਲੋਕ, ਕਿਤੇ ਅਕਾਲ ਪੁਰਖ ਤੋਂ ਦੂਰ ਰਹਿਣ ਵਾਲੇ ਲੋਕ। ਵਿਸਮਾਦ ਭੁੱਖ, ਵਿਸਮਾਦ ਭੋਗ। ਕਿਤੇ ਜੀਵਾਂ ਨੂੰ ਭੁੱਖ ਸਤਾ ਰਹੀ ਹੈ, ਕਿਤੇ ਬੇਅੰਤ ਪਦਾਰਥ ਛਕੇ ਜਾ ਰਹੇ ਨੇ, ਔਰ ਅੱਧੀ ਝੂਠ ਛੱਡ ਕੇ ਗੇਰੀ ਜਾ ਰਹੀ ਹੈ। ਚੱਲਦੀ ਹੈ, ਬੰਦਾ ਸੋਚਦਾ ਹੀ ਰਹਿ ਜਾਂਦਾ ਹੈ ਕਿੱਦਾਂ ਦਾ ਭਾਣਾ ਵਰਤ ਰਿਹਾ। ਵਿਸਮਾਦ ਸਿਫਤ, ਵਿਸਮਾਦ ਸਾਲਾ। ਅਕਾਲ ਪੁਰਖ ਦੀ ਭਗਤੀ ਹੀ ਆਨੰਦ ਦਾ ਵਿਸ਼ਾ ਬਣਦੀ ਹੈ। ਵਿਸਮਾਦ ਸਿਫਤ, ਵਿਸਮਾਦ ਸਾਲਾ। ਉਸ ਕਰਤੇ ਪੁਰਖ ਦੀ ਇਬਾਦਤ ਹੀ ਆਨੰਦ ਦਾ ਵਿਸ਼ਾ ਬਣਦੀ ਹੈ, ਉਹਦੀ ਹੀ ਸਿਫਤ ਸਲਾਹ। ਵਿਸਮਾਦ ਉਜੜ, ਵਿਸਮਾਦ ਰਾਹ। ਕਿਤੇ ਔਜੜ, ਕਿਤੇ ਸਾਫ਼ ਰਸਤੇ ਵੇਖ ਕੇ ਮਨ ਹੈਰਤ ਵਿੱਚ ਹੈ।
ਵਿਸਮਾਦ ਨੇੜੇ, ਵਿਸਮਾਦ ਦੂਰ। ਉਸ ਆਨੰਦ ਦੇਣ ਵਾਲੇ ਰੱਬ ਨੂੰ ਕੋਈ ਨੇੜੇ ਦੱਸਦਾ, ਕੋਈ ਦੂਰ ਦੱਸਦਾ। ਵਿਸਮਾਦ ਦੇਖੈ ਹਾਜ਼ਰਾ ਹਜ਼ੂਰ। ਬੰਦਗੀ ਕਰਨ ਵਾਲੇ ਰੱਬ ਨੂੰ ਹਾਜ਼ਰ ਨਾਜ਼ਰ ਦੇਖ ਕੇ ਖੇੜੇ ਵਿੱਚ ਚਲੇ ਜਾਂਦੇ ਨੇ, ਆਨੰਦ ਵਿੱਚ ਚਲੇ ਜਾਂਦੇ ਨੇ। ਵੇਖ ਵਿਡਾਣ ਰਹਿਆ ਵਿਸਮਾਦ। ਰੱਬ ਦੇ ਅਸ਼ਚਰਜ ਕਰਨ ਵਾਲੇ, ਹੈਰਾਨ ਕਰਨ ਵਾਲੇ ਕ੍ਰਿਸ਼ਮੇ ਵੇਖ ਕੇ ਮਨ ਹੈਰਤ ਵਿੱਚ ਹੈ। ਨਾਨਕ ਬੁੱਝਣ ਪੂਰੇ ਭਾਗ। ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਹੀ ਸਮਝਿਆ ਜਾ ਸਕਦਾ। ਤੇਰਾ ਅੰਤ ਨਾ ਜਾਈ ਲਖਿਆ, ਬਲਹਾਰੀ ਕੁਦਰਤ ਵਸਿਆ। ਇਹ ਰਹਾਉ ਹੈ, ਇਹਦੇ ਇਰਦ ਗਿਰਦ ਸਾਰਾ ਟੌਪਿਕ ਵਾਰ ਦਾ ਘੁੰਮਣਾ। ਹੁਣ ਅੱਗੇ ਚਲੀਏ। ਮਹੱਲਾ ਪਹਿਲਾ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ। ਅਕਾਲ ਪੁਰਖ ਦੇ ਗੁਰਪ੍ਰਸਾਦ, ਕੁਦਰਤੇ ਤੱਤੇ ਨੂੰ ਸਿਆਰੀ, ਰੱਬੀ ਰਹਿਮਤ ਸਦਕਾ ਪ੍ਰਭ ਦੇ ਦਰਸ਼ਨ, ਸ਼ਬਦ ਦਾ ਸੁਣਨਾ ਤੇ ਪ੍ਰੇਮਾ ਭਗਤੀ ਰਾਹੀਂ ਅੰਦਰਲਾ ਸੁੱਖ ਪ੍ਰਾਪਤ ਹੁੰਦਾ ਹੈ। ਸੁੱਖ ਸਾਰ। ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਪਤਾਲ, ਆਕਾਸ਼, ਜੋ ਦਿਸ ਰਹੇ ਨੇ, ਇਹ ਸਭ ਤੇਰੀ ਅਸ਼ਚਰਜ ਖੇਡ ਹੈ। ਪਤਾਲ, ਆਕਾਸ਼ ਤੇ ਪਦਾਰਥ ਜੋ ਵੀ ਨਜ਼ਰ ਆ ਰਿਹਾ ਹੈ, ਇਹ ਤੇਰੀ ਅਸ਼ਚਰਜ ਖੇਡ ਹੈ। ਤੇਰਾ ਅੰਤ ਨਾ ਜਾਈ ਲਖਿਆ, ਇਸੇ ਦੇ ਇਰਦ ਗਿਰਦ ਹੈ। ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਕੁਦਰਤ ਵੇਦ ਪੁਰਾਣ ਕਤੇਬਾਂ, ਕੁਦਰਤ ਸਰਬ ਵਿਚਾਰ। ਧਾਰਮਿਕ ਪੁਸਤਕਾਂ ਵਿੱਚ ਵੀ ਬੰਦਗੀ ਦਾ ਹੀ ਜ਼ਿਕਰ ਹੈ, ਵਿਚਾਰ ਦਾ ਹੀ ਜ਼ਿਕਰ ਹੈ। ਵਿਚਾਰ ਰਾਰੇ ਨੂੰ ਔਂਕੜ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਪੂਰਨ ਵਿਚਾਰ। ਗਿਆਨ ਵਿਚਾਰ, ਬ੍ਰਹਮ ਵਿਚਾਰ, ਸ਼ਬਦ ਵਿਚਾਰ, ਇਹ ਸਭ ਬੰਦਗੀ ਦੇ ਲਿਖਾਇਕ ਹੈ। ਕੁਦਰਤ ਤੇ ਵੇਦ ਪੁਰਾਣ ਕਤੇਬਾਂ, ਕੁਦਰਤ ਤੇ ਸਰਬ ਵਿਚਾਰ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਤੇ ਸਰਬ ਪਿਆਰ। ਤੇਰੀ ਬਖਸ਼ਿਸ਼ ਹੀ ਜੀਵਾਂ ਨੂੰ ਰਿਜ਼ਕ ਤੇ ਪ੍ਰੇਮਾ ਭਗਤੀ ਪ੍ਰਦਾਨ ਕਰਦੀ ਹੈ। ਪ੍ਰੇਮਾ ਭਗਤੀ, ਕੁਦਰਤ ਤੇ ਸਰਬ ਪਿਆਰ, ਸਾਰਿਆਂ ਨੂੰ ਪ੍ਰੇਮਾ ਭਗਤੀ ਪ੍ਰਦਾਨ ਕਰਦੀ ਹੈ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਜਗਤ ਦੇ ਜੀਵ, ਜੀਵਾਂ ਦੀਆਂ ਜਾਤਾਂ, ਜਿਨਸਾਂ ਤੇ ਰੰਗਾਂ ਦਾ ਪ੍ਰਗਟਾਵਾ ਕੇਵਲ ਤੇਰੀ ਰਹਿਮਤ ਸਦਕਾ ਹੈ, ਕੇਵਲ ਤੇਰੇ ਗੁਰਪ੍ਰਸਾਦ ਸਦਕਾ ਹੈ। ਤੇਰੀ ਹੀ ਕੁਦਰਤ ਵਰਤ ਰਹੀ ਹੈ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਮਾਨ। ਦੁਨੀਆ ਵਿੱਚ ਕਿਤੇ ਭਲਾਈ ਦੇ ਕੰਮ ਹੋ ਰਹੇ ਨੇ, ਕਿਤੇ ਵਿਕਾਰ ਨੇ, ਕਿਤੇ ਆਦਰ ਮਾਣ ਹੈ, ਕਿਤੇ ਹੰਕਾਰ ਹੈ। ਇਹ ਸਭ ਤੇਰਾ ਹੀ ਕੌਤਕ ਹੈ। ਤੇਰਾ ਅੰਤ ਨਾ ਜਾਈ ਲਖਿਆ। ਪਰ ਇਸੇ ਕੁਦਰਤ ਵਿੱਚ ਤੂੰ ਪ੍ਰੈਜ਼ੈਂਟ ਹੈ। ਇੱਥੇ ਜਗ ਦੇ ਵਿੱਚ ਤੂੰ ਪ੍ਰੈਜ਼ੈਂਟ ਹੈ।
ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ। ਭਲਾਈ ਦੇ ਕੰਮ ਵੀ ਨੇ, ਵਿਕਾਰ ਵੀ ਨੇ, ਆਦਰ ਮਾਣ ਹੈ, ਹੰਕਾਰ ਵੀ ਹੈ, ਸਭ ਤੇਰਾ ਕੌਤਕ ਹੈ। ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ। ਸੰਸਾਰ ਵਿੱਚ ਪੌਣ ਪਾਣੀ, ਅੱਗ, ਧਰਤੀ ਦੀ ਖਾਕ, ਮਿੱਟੀ, ਸਭ ਤੇਰਾ ਹੀ ਤਮਾਸ਼ਾ ਹੈ। ਜੀਵਾਂ ਦੀ ਜ਼ਿੰਦਗੀ ਵਾਸਤੇ ਇਹ ਚੀਜ਼ਾਂ ਰੱਬ ਨੇ ਦਿੱਤੀਆਂ ਨੇ। ਪੌਣ ਪਾਣੀ, ਬਸੰਤਰ, ਅੱਗ, ਮਿੱਟੀ, ਇਹ ਸਭ ਜੀਵਾਂ ਦੀ ਲਾਈਫ ਵਾਸਤੇ ਰੱਬ ਵੱਲੋਂ ਦਿੱਤੀਆਂ ਗਈਆਂ ਚੀਜ਼ਾਂ ਨੇ, ਨਿਆਮਤਾਂ ਨਹੀਂ ਮਿਲੀਆਂ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਪਾਕੀ ਨਾਹੀਂ ਪਾਕ। ਸਭ ਤੇਰੀ ਹੀ ਕਲਾ ਵਰਤ ਰਹੀ ਹੈ। ਤੂੰ ਦੁਨੀਆ ਦਾ ਮਾਲਕ, ਰਚਨਹਾਰ ਹੈ। ਤੂੰ ਆਪਣੇ ਉੱਤਮ ਨਾਮ ਕਰਕੇ ਸਭ ਤੋਂ ਪਵਿੱਤਰ ਹਸਤੀ ਵਾਲਾ ਹੈ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਪਾਕੀ ਨਾਹੀਂ ਪਾਕ। ਤੂੰ ਆਪਣੇ ਉਸ ਉੱਤਮ ਸ੍ਰੇਸ਼ਟ ਨਾਮ ਕਰਕੇ ਸਭ ਤੋਂ ਪਵਿੱਤਰ ਹਸਤੀ ਵਾਲਾ ਹੈ। ਅੱਗੇ ਨਾਨਕ ਜੋਤ ਕਹਿੰਦੀ ਹੈ, ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ। हे ਅਕਾਲ ਪੁਰਖ, ਤੂੰ ਆਪਣੀ ਰਜ਼ਾ ਮੁਤਾਬਕ ਸਭ ਦੀ ਸੰਭਾਲ ਕਰ ਰਿਹਾ ਹੈ ਅਤੇ ਹਰ ਥਾਂ ਤੇ ਇਕੱਲਾ ਹੀ ਪੂਰਨ ਰੂਪ ਵਿੱਚ ਮੌਜੂਦ ਹੈ, ਪ੍ਰੈਜ਼ੈਂਟ ਹੈ, ਕਿਉਂਕਿ ਤੂੰ ਸਰਬ ਕਲਾ ਸਮਰੱਥ ਹੈ। ਤਾਕੋ ਤਾਕ, ਵਰਤੈ ਤਾਕੋ ਤਾਕ, ਡੋਰ ਟੂ ਡੋਰ, ਹਰ ਥਾਂ। ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ, ਹਰ ਥਾਂ ਤੇ ਇਕੱਲਾ ਹੀ ਪੂਰਨ ਰੂਪ ਵਿੱਚ ਪ੍ਰੈਜ਼ੈਂਟ ਹੈ, ਕਿਉਂਕਿ ਤੂੰ ਸਰਬ ਕਲਾ ਸਮਰੱਥ ਹੈ। ਪਰ ਤੇਰਾ ਅੰਤ ਨਾ ਜਾਈ ਲਿਖਿਆ, ਬਲਹਾਰੀ ਕੁਦਰਤ ਵਸਿਆ। ਇੱਥੇ ਹੀ ਹੈ। ਅੱਗੇ ਆਉਂਦੀ ਹੈ ਪੌੜੀ। ਆਪੀ ਨੇ ਭੋਗ ਭੋਗ ਕੈ ਹੋਏ ਭਸਮੜੇ ਭੌਰ ਸਿਧਾਇਆ। ਰੱਬ ਵੱਲੋਂ ਬੰਦਾ ਮਾਇਆ 'ਚ ਰਹਿ ਕੇ ਆਨੰਦ ਮਾਣਦਾ, ਅੰਤ ਨੂੰ ਮਿੱਟੀ ਜਾਂ ਸਵਾਹ ਦੀ ਢੇਰੀ ਤੇ ਗੱਲ ਮੁੱਕ ਜਾਂਦੀ। ਜੀਵ ਆਤਮਾ ਦੁਨੀਆ ਤੋਂ ਰੁਖਸਤ ਹੋ ਜਾਂਦੀ। ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ। ਪਦਾਰਥਾਂ ਦੇ ਰੰਗ ਮਾਣਦਾ ਜੀਵ। ਇਹ ਰੰਗ ਮਾਣਦਾ ਮਾਣਦਾ ਅੰਤ ਨੂੰ ਸਵਾਹ ਦੀ ਢੇਰੀ ਬਣ ਜਾਂਦਾ, ਸਰੀਰ ਛੱਡ ਦਿੰਦਾ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਜਿਹਦਾ ਕਦੇ ਸਿੱਕਾ ਚੱਲਦਾ ਸੀ, ਦੁਨੀਦਾਰ, ਤੇ ਮਾਇਆ ਵਿੱਚ ਨੂੜਿਆ ਹੋਇਆ ਸੀ, ਦੁਨੀਆ ਛੱਡਣੀ ਨਹੀਂ ਸੀ ਚਾਹੁੰਦਾ, ਉਹ ਵੀ ਮੌਤ ਦੇ ਰਾਹ ਤੇ ਪੈ ਗਿਆ। ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਫਿਰ ਧਰਮਰਾਜ ਦੇ ਦਰਬਾਰ ਵਿੱਚ ਉਹਨੂੰ ਉਹਦੇ ਕਰਮਾਂ ਦਾ ਲੇਖਾ ਜੋਖਾ ਦੱਸਿਆ ਜਾਂਦਾ ਹੈ। ਇਹ ਭਾਈ ਆਹ ਤੇਰੀ ਬੈਲੈਂਸ ਸ਼ੀਟ ਹੈ,
आ तेरा प्रॉफिट एंड लॉस अकाउंट है, कहाँ तैं खटिया कहाँ गवाया, वो सब उत्थे समझा दिंदे आ। ਥਾਉ ਨ ਹੋਵੀ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ। ਮਾਇਆ ਧਾਰੀਆਂ ਨੂੰ ਉਹ ਜੁੱਤੀਆਂ ਵਰਦੀਆਂ ਉੱਥੇ, ਵਰਦਿਆਂ ਨੂੰ ਵਾਰ ਨਹੀਂ ਆਉਂਦੀ, ਉਹ ਗੈਪ ਨਹੀਂ ਪੈਣ ਦਿੰਦੇ। ਦੇ ਜੁੱਤੀ ਦੇ ਜੁੱਤੀ, ਦੰਡ ਕਰਮਾਂ ਦੇ ਅਨੁਸਾਰ ਮਾਇਆ ਧਾਰੀਆਂ ਨੂੰ ਜੁੱਤੀਆਂ ਵਰਦੀਆਂ, ਵਾਰ ਨਹੀਂ ਆਉਂਦੀ। ਤੇ ਜਦੋਂ ਤੌਣੀ ਚੜ੍ਹਦੀ ਹੈ ਉਦੋਂ ਕੋਈ ਸੁਣਨ ਵਾਲਾ ਨਹੀਂ। ਵੱਜਦੀਆਂ ਚੀਕਾਂ ਨੂੰ ਕੋਈ ਸੁਣਨ ਵਾਲਾ ਨਹੀਂ। ਮਨ ਅੰਧੇ ਜਨਮ ਗਵਾਇਆ। ਉਦੋਂ ਫਿਰ ਜਦੋਂ ਉਹ ਸਮਝਾਉਂਦੇ ਆ ਲੇਖਾ, ਉਦੋਂ ਪਤਾ ਲੱਗਦਾ ਵੀ ਮੂਰਖ ਮਨਾ, ਤੂੰ ਯਾਰ ਆਪਣਾ ਜਨਮ ਅਜਾਈਂ ਗਵਾ ਲਿਆ। ਏਦਾਂ ਹੀ ਚਲਾ ਗਿਆ ਤੇਰਾ ਜਨਮ। ਇਹ ਹੈ ਅੱਜ ਦੀ ਪੌੜੀ ਦਾ ਸਾਰ। ਆਪੀ ਨੇ ਭੋਗ ਭੋਗ ਕਹਿ ਹੋਏ ਪਸਮੁੜ ਪੌਰ ਸਦਾਇਆ। ਰੱਬ ਵੱਲੋਂ ਬੰਦਾ ਮਾਇਆ 'ਚ ਰਹਿ ਕੇ ਆਨੰਦ ਮਾਣੀ ਜਾਂਦਾ। ਪਰਿਵਾਰ ਦੇ ਵਿੱਚ, ਸੁਸਾਇਟੀ ਦੇ ਵਿੱਚ ਨਾਮ ਖੱਟਦਾ, ਮਸ਼ਹੂਰ ਹੁੰਦਾ, ਪੈਸੇ ਦੇ ਪਿੱਛੇ ਭੱਜਿਆ ਫਿਰਦਾ, ਆਪਣੇ ਆਪ ਨੂੰ ਇੰਨਾ ਕਾਬਲ ਬਣਾਉਂਦਾ, ਕਹਿੰਦਾ ਜੀ ਸਿੱਕਾ ਚੱਲਦਾ। ਅੱਜ ਹੀ ਦੇਖ ਲਓ, ਅੱਜ ਹੀ ਆ ਥੋੜੀ ਦੇਰ ਪਹਿਲਾਂ ਪੰਜਾਬ ਦਾ ਇੱਕ ਸਿੰਗਰ ਸਿੱਧੂ ਮੂਸੇਵਾਲਾ, ਉਹ ਪਤਾ ਨਹੀਂ ਕਿੱਦਾਂ ਦੇ ਗਾਣੇ ਗੁਣੇ ਲਿਖਦਾ ਸੀ, ਉਹਨੂੰ ਮਾਰ ਦਿੱਤਾ ਅਗਲੇ ਨੇ, ਪਤਾ ਹੀ ਨਹੀਂ ਲੱਗਿਆ। ਜਿਹਦਾ ਸਿੱਕਾ ਚੱਲਦਾ ਸੀ, ਕਹਿੰਦਾ ਸੀ ਮੈਂ ਟੌਪ ਦਾ ਸਿੰਗਰ ਆ, ਮੇਰਾ ਸਿੱਕਾ ਚੱਲਦਾ, ਮੈਨੂੰ ਸਾਰੇ ਫੋਲੋ ਕਰਦੇ ਆ। ਏਦਾਂ ਦੀਆਂ ਗੱਲਾਂ ਉਹਦੇ ਬਾਰੇ ਆਮ ਹੀ ਹੁੰਦੀਆਂ ਸੀ। ਉਹ ਕੋਈ ਨਾ ਕੋਈ ਪਸੂੜੀ ਖੜੀ ਕਰ ਛੱਡਦਾ ਸੀ, ਕੁਛ ਗਲਤ ਮਲਤ ਲਿਖ ਕੇ, ਕਿਸੇ ਨੂੰ ਕੁਛ ਕਹਿ ਕੂ ਕੇ। ਏਦਾਂ ਦਾ ਬੰਦਾ ਵੀ ਮੌਤ ਦੇ ਰਾਹ ਪੈ ਜਾਂਦਾ ਅਖੀਰ ਨੂੰ। ਉੱਥੇ ਫਿਰ ਕਰਮਾਂ ਦਾ ਲੇਖਾ ਜੋਖਾ ਹੁੰਦਾ। ਤੇ ਜਿਨ੍ਹਾਂ ਨੇ ਮਾਇਆ 'ਚ ਹੀ ਸਾਰਾ ਆਪਣਾ ਜਨਮ ਗਵਾਇਆ, ਉਹਨਾਂ ਨੂੰ ਸਜ਼ਾ, ਉਹਨਾਂ ਦੀ ਕੂਕ ਪੁਕਾਰ ਕੋਈ ਸੁਣਨ ਵਾਲਾ ਨਹੀਂ ਹੁੰਦਾ। ਮਨ ਅੰਦਰ ਜਨਮ ਗਵਾਇਆ। ਇਸ ਤਰ੍ਹਾਂ ਜੀਵ ਜਿਹੜਾ ਮਾਇਆ ਦੇ ਵਿੱਚ ਆਪਣਾ ਜਨਮ ਅਜਾਈਂ ਗਵਾ ਲੈਂਦਾ। ਅਸੀਂ ਕਈ ਕੰਮ ਅਸੀਂ ਸੋਚ ਲੈਂਦੇ ਹਾਂ ਬਈ ਅਸੀਂ ਬੜੇ ਵਧੀਆ ਕਰਦੇ ਹਾਂ। ਇਹ ਸਭ ਵਾਰ 'ਚ ਅੱਗੇ ਜਾ ਕੇ ਦੇਖੋ, ਹਲੇ ਤੇ ਆ ਪੋਲਾ ਜਿਹਾ ਕੰਮ ਸਮਝਾ ਰਹੇ ਬਾਬਾ ਨਾਨਕ, ਆ ਵਿੱਚ ਜੇ ਜਾ ਕੇ ਦੇਖਿਓ ਕੀ ਬਣਨਾ। ਤਾਂਹੀਓ ਮੈਂ ਕਹਿ ਰਿਹਾ ਬਈ ਇਹ ਵਾਰ ਇੱਕ ਵਾਰੀ ਸਮਝ ਆ ਜੇ ਸਾਨੂੰ, ਅਸੀਂ ਇਹ ਚੰਗੀ ਤਰ੍ਹਾਂ ਇਹਦਾ ਇੱਕ ਇੱਕ ਤੁਕ ਸਮਝ ਲਈਏ, ਤੇ ਦੇਖੋ ਇਹਦੇ ਨਾਲ ਕਿੰਨੇ ਸ਼ਬਦ, ਕਈ ਬਾਣੀਆਂ ਖੋਲ੍ਹਣ ਦੇ ਵਿੱਚ ਆਸਾਨੀ ਹੋ ਜਾਂਦੀ। ਸੋ ਇੱਥੇ ਹੀ ਅੱਜ ਅਸੀਂ ਸਮਾਪਤੀ ਕਰਦੇ ਹਾਂ, ਕਿਉਂਕਿ ਇਹ ਬੜੀ ਇੰਪੋਰਟੈਂਟ ਹੈ। ਇਸ ਕਰਕੇ ਮੈਂ ਇਹ 35 ਮਿੰਟ ਦੇ ਵਿੱਚ ਇੱਕ ਵਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਅਕਾਲ ਪੁਰਖ ਦੀ ਓਟ ਆਸਰਾ ਲੈ ਕੇ, ਜਿੱਦਾਂ ਲਿਖੀ ਆ ਹੂ ਬਹੂ ਉਹਨੂੰ ਉੱਦਾਂ ਪੜ੍ਹ ਕੇ ਇਨ ਸ਼ਾਰਟ ਦੇ ਵਿੱਚ, ਕਿਉਂਕਿ ਇਹ ਵੀ ਕਿਹਾ ਗਿਆ ਸੀ ਮੈਨੂੰ ਸੰਗਤਾਂ ਦੁਆਰਾ ਵੀ ਉਹਨੂੰ ਥੋੜਾ ਜਿਹਾ ਪ੍ਰੀਸਾਈਜ਼ ਰੱਖਿਓ, ਥੋੜਾ ਜਿਹਾ ਘੱਟ ਰੱਖਿਓ, ਵੀ ਅਸੀਂ ਟਾਈਮ ਕੱਢ ਕੇ ਉਹਨੂੰ ਸੁਣ ਸਕੀਏ। ਸੋ ਇਹ 30-35-40 ਮਿੰਟ ਦੇ ਵਿੱਚ ਆਪਾਂ ਇੱਕ ਪੌੜੀ ਮੁਕਾਉਂਦੇ ਜਾਣਾ। 24 ਪੌੜੀਆਂ ਨੇ। ਅੱਜ ਆਪਣੀ ਤੀਸਰੀ ਪੌੜੀ ਦੀ ਸਮਾਪਤੀ ਹੋ ਗਈ। ਬੜੇ ਪਿਆਰ ਸਤਿਕਾਰ ਦੇ ਨਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।